मैं मूर्ख की केतक बात है, कोट पराधी तरया रे। गुर नानक जन सुनिया पेखिया, से फिर गर्भास ना भरिया रे। सुनी अरदास स्वामी मेरा, सर्ब कला बन आई। प्रगट भई सगले जुग अंतर, गुर नानक की वड्याई। धन वाहिगुरु साहिब जीओ, गौड़ी महिला पंजवा। सा मत निर्मल कहियत तीर, राम रसायन पीवत बीर। सा मत निर्मल कहियत तीर, राम रसायन पीवत बीर। हर के चरण हृदय कर ओट, जन्म मरण ते होवत छोट। रहाओ सो तन निर्मल, जित उपजै न पाप। राम रंग निर्मल प्रताप, साध संग मिट जात विकार। सब ते ऊच एहो उपकार। प्रेम भगत राते गोपाल, नानक जाचै सादरवाल। प्रेम भगत राते गोपाल, नानक जाचै सादरवाल। वाहिगुरु जी का खालसा, वाहिगुरु जी की फतेह। हाजरा हजूर जहरा जहूर, सर्ब कला भरपूर। समरथ सतगुरु गुरु ग्रंथ साहिब सच्चे पातशाह जियां दी पावन पवित्र मुकद्दस हजूरी विच जुड़ करके बैठे ਅਤੇ ਦੇਸ਼ਾਂ ਵਿਦੇਸ਼ਾਂ ਦੇ ਅੰਦਰ
ਘਰਾਂ ਵਿੱਚ ਬੈਠ ਕਰਕੇ ਫਤਿਹ ਟੀਵੀ ਦੇ ਮਾਧਿਅਮ ਦੇ ਰਾਹੀਂ ਪਾਵਨ ਅਸਥਾਨ ਗੁਰਦੁਆਰਾ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਫਤਿਹ ਨਗਰ ਨਵੀਂ ਦਿੱਲੀ ਤੋਂ ਸਿੱਧੇ ਪ੍ਰਸਾਰਣ ਦੇ ਰਾਹੀਂ ਪਾਵਨ ਗੁਰਬਾਣੀ ਦੇ ਕੀਰਤਨ ਨੂੰ ਸਰਵਨ ਕਰ ਰਹੇ ਗੁਰੂ ਸਵਾਰਿਓ, ਅਤਿਅੰਤ ਵਡਭਾਗੇ ਹਾਂ ਜੋ ਸਤਿਗੁਰਾਂ ਦੇ ਪਵਿੱਤਰ ਚਰਨਾਂ ਦੇ ਨਾਲ ਜੁੜਨ ਦਾ ਇਸ ਭਾਗਾ ਸਮਾਂ ਪ੍ਰਾਪਤ ਹੋਇਆ ਹੈ। ਬੜੇ ਹੀ ਪ੍ਰੇਮ ਸਹਿਤ ਗੁਰੂ ਸਵਾਰੇ ਕੀਰਤਨੀਆਂ ਦੇ ਪਾਸੋਂ ਆਪ ਜੀ ਨੇ ਆਸਾ ਦੀ ਵਾਰ ਦੀ ਪਾਵਨ ਬਾਣੀ ਦਾ ਕੀਰਤਨ ਸਰਵਨ ਕੀਤਾ ਹੈ। ਆਓ ਬੜੇ ਇਕਾਗਰਤਾ ਸਹਿਤ ਇਸੇ ਤਰ੍ਹਾਂ ਜੁੜ ਕਰਕੇ ਹੁਣ ਆਪਾਂ ਚੱਲ ਰਹੀ ਪਾਵਨ ਬਾਣੀ ਦੀ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਜੁੜਨਾ ਹੈ। ਕਰੋ ਕਿਰਪਾ ਸਾਰੀਆਂ ਹੀ ਸੰਗਤਾਂ ਗੁਰੂ ਚਰਨਾਂ ਵਿੱਚ ਸੀਸ ਝੁਕਾਉਂਦਿਆਂ ਹੋਇਆਂ ਰਸਨਾ ਪਵਿੱਤਰ ਕਰਨ ਦੇ ਲਈ ਸਾਰੇ ਹੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ। ਅੱਜ ਦਾ ਵਿਚਾਰ ਅਧੀਨ ਪਾਵਨ ਸ਼ਬਦ ਗੌੜੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 198 ਦੇ ਉੱਪਰ ਸੁਭਾਇਮਾਨ ਹੈ। ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਪਾਵਨ ਬਚਨ ਗੌੜੀ ਮਹਿਲਾ ਪੰਜਵਾਂ ਸਾ ਮਤ ਨਿਰਮਲ ਕਹੀਅਤ ਧੀਰ ਰਾਮ ਰਸਾਇਣ ਪੀਵਤ ਬੀਰ ਹਰ ਕੇ ਚਰਨ ਹਿਰਦੈ ਕਰ ਓਟ ਜਨਮ ਮਰਨ ਤੇ ਹੋਵਤ ਛੋਟ ਰਹਾਓ। ਇਸ ਪਾਵਨ ਸ਼ਬਦ ਦੇ ਰਹਾਓ ਵਾਲੇ ਬੰਦ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ। ਹੇ ਭਾਈ, ਆਪਣੇ ਹਿਰਦੇ ਘਰ ਦੇ ਅੰਦਰ ਹਰੀ ਦੇ ਚਰਨਾਂ ਕਮਲਾਂ ਦਾ ਆਸਰਾ ਪੱਕਾ ਕਰੋ। ਸਦੀਵ ਕਾਲ ਦੇ ਲਈ ਪ੍ਰਭੂ ਚਰਨਾਂ ਦਾ ਆਸਰਾ ਲਓ, ਪ੍ਰਭੂ ਦੀ ਓਟ ਲਓ। ਇਸ ਆਸਰੇ ਦੇ ਸਦਕਾ, ਓਟ ਦੇ ਸਦਕਾ ਹਜੂਰ ਨੇ ਆਖਿਆ ਜਨਮ ਮਰਨ ਤੇ ਹੋਵਤ ਛੋਟ। ਕਹਿੰਦੇ ਜੇ ਪ੍ਰਭੂ ਦਾ ਆਸਰਾ ਲਓਗੇ, ਹਿਰਦੇ ਘਰ ਵਿੱਚ ਇਸ ਟੇਕ ਨੂੰ ਪੱਕਿਆਂ ਕਰੋਗੇ ਤਾਂ ਤੁਹਾਡੀ ਜਨਮ ਮਰਨ ਤੋਂ ਛੋਟ ਹੋ ਜਾਏਗੀ, ਭਾਵ ਤੁਸੀਂ ਜਨਮ ਮਰਨ ਤੋਂ ਮੁਕਤ ਹੋ ਜਾਓਗੇ। ਹੁਣ ਪ੍ਰਭੂ ਚਰਨਾਂ ਦਾ ਆਸਰਾ ਲਏ ਬਗੈਰ ਮਨੁੱਖ ਦਾ ਜਨਮ ਮਰਨ ਦਾ ਗੇੜ ਮੁੱਕ ਨਹੀਂ ਸਕਦਾ। ਇਹ ਗੱਲ ਬੜੀ ਸਮਝਣ ਵਾਲੀ ਹੈ, ਕਿਉਂਕਿ ਕਿਸੇ ਵੀ ਚੀਜ਼ ਨੂੰ ਜਦੋਂ ਆਪਾਂ ਸਹਾਰਾ ਦਿੰਦੇ, ਆਸਰਾ ਦਿੰਦੇ ਆ ਤੇ ਉਹ ਚੀਜ਼ ਬੁਲੰਦੀਆਂ ਤੇ ਪਹੁੰਚ ਜਾਂਦੀ ਹੈ। ਜ਼ਮੀਨ ਤੇ ਵਿਛਣ ਵਾਲੀਆਂ ਵੇਲਾਂ, ਉਹਨਾਂ ਨੂੰ ਜਦੋਂ ਕਿਸੇ ਦਰਖਤ ਦਾ, ਕਿਸੇ ਦੀਵਾਰ ਦਾ, ਕਿਸੇ ਖੰਭੇ ਦਾ ਸਹਾਰਾ ਮਿਲਦਾ ਤੇ ਉਹ ਵੇਲਾਂ ਬਹੁਤ ਉੱਚੀਆਂ ਪਹੁੰਚ ਜਾਂਦੀਆਂ ਨੇ। ਇਸੇ ਤਰ੍ਹਾਂ ਸਤਿਗੁਰੂ ਨੇ ਪਾਵਨ ਬਾਣੀ ਦੇ ਅੰਦਰ ਆਖਿਆ, ਕਹਿੰਦੇ ਮਨੁੱਖ ਨੂੰ ਵੀ ਓਟ ਦੀ, ਆਸਰੇ ਦੀ ਲੋੜ ਹੈ। ਜੇ ਮਨੁੱਖ ਨੂੰ ਇਹ ਆਸਰਾ ਸਹਾਰਾ ਨਾ ਮਿਲੇ
ਤਾਂ ਸੱਚ ਜਾਣਿਓ ਇਹ ਮਨੁੱਖ ਨਿਮਾਣਾ ਤੇ ਨਿਤਾਣਾ ਬਣ ਜਾਂਦਾ। ਇਹਦੇ ਕੋਲੋਂ ਹਜੂਰ ਨੇ ਆਖਿਆ ਕਿਸੇ ਚੰਗੇ ਕੰਮ ਦੀ ਆਸ ਨਹੀਂ ਕੀਤੀ ਜਾ ਸਕਦੀ। ਜਿੰਨੀ ਦੇਰ ਇਹਨੂੰ ਗੁਰੂ ਦਾ ਸ਼ਬਦ ਦਾ ਪ੍ਰਭੂ ਚਰਨਾਂ ਦਾ ਆਸਰਾ ਨਹੀਂ ਹੋਏਗਾ, ਓਨੀ ਦੇਰ ਇਹਦੇ ਤੋਂ ਕਿਸੇ ਚੰਗੇ ਕੰਮ ਦੀ ਆਸ ਨਹੀਂ ਕੀਤੀ ਜਾ ਸਕਦੀ। ਮੰਦੇ ਕਰਮਾਂ ਵਿੱਚ ਲੱਗੇਗਾ, ਜਨਮ ਮਰਨ ਦੇ ਗੇੜ ਵਿੱਚ ਪੈ ਜਾਏਗਾ। ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪਾਵਨ ਬਚਨ ਆਪਾਂ ਹਰ ਰੋਜ਼ ਹੀ ਆਨੰਦ ਸਾਹਿਬ ਦੇ ਅੰਦਰ ਪੜ੍ਹਦੇ ਹਾਂ। ਹਜੂਰ ਨੇ ਆਖਿਆ ਸਾਚੀ ਲਿਵੈ ਬਿਨ ਦੇ ਨਿਮਾਣੀ। ਕਹਿੰਦੇ ਦੇ ਨਿਮਾਣੀ ਹੈ, ਇਹ ਮਨੁੱਖ ਨਿਮਾਣਾ ਹੈ, ਇਹਨੂੰ ਸੱਚੀ ਲਿਵ ਪ੍ਰਾਪਤ ਨਹੀਂ ਹੋਈ। ਇਹਦੇ ਹਿਰਦੇ ਵਿੱਚ ਪਰਮੇਸ਼ਰ ਦੀ ਅਜੇ ਓਟ ਨਹੀਂ ਟਿਕੀ, ਇਸ ਕਰਕੇ ਡਾਵਾਂ ਡੋਲ ਹੋ ਕੇ ਘੁੰਮ ਰਿਹਾ ਹੈ। ਡਾਵਾਂ ਡੋਲ ਹੈ, ਡੋਲ ਰਿਹਾ ਹੈ। ਸਾਚੀ ਲਿਵੇ ਬਿਨ ਦੇ ਨਿਮਾਣੀ, ਦੇ ਨਿਮਾਣੀ ਲਿਵੇ ਬਾਝੋਂ ਕਿਆ ਕਰੇ ਵਿਚਾਰੀਆ। ਕਹਿੰਦੇ ਇਸ ਵਿਚਾਰੇ ਕੋਲੋਂ ਕਿਸੇ ਚੰਗੇ ਕੰਮ ਦੀ ਆਸ ਕਿਵੇਂ ਕਰਾਂਗੇ, ਜਿੰਨੀ ਦੇਰ ਇਹਨੂੰ ਸੱਚੀ ਲਿਵ ਨਾ ਪ੍ਰਾਪਤ ਹੋਵੇ। ਇਸ ਕਰਕੇ ਮੰਦੇ ਪਾਸੇ ਮੰਦੇ ਕਰਮਾਂ ਵਿੱਚ ਲੱਗ ਜਾਏਗਾ ਜਾ ਕਰਕੇ, ਜਿੰਨੀ ਦੇਰ ਇਹਨੂੰ ਸੱਚੀ ਟੇਕ ਨਹੀਂ ਮਿਲੀ, ਸੱਚੀ ਲਿਵ ਨਹੀਂ ਮਿਲੀ। ਤੇ ਫਿਰ ਬੇਨਤੀ ਕਰਦੇ ਨੇ ਤੁਧ ਬਾਦ ਸਮਰੱਥ ਕੋਇ ਨਾਹੀ, ਕਿਰਪਾ ਕਰ ਬਨਵਾਰੀਆ। ਬੇਨਤੀ ਕੀਤੀ ਹੈ ਪ੍ਰਭੂ, ਤੁਹਾਡੇ ਤੋਂ ਬਿਨਾਂ ਹੋਰ ਕਿਸੇ ਵਿੱਚ ਸਮਰੱਥਾ ਹੀ ਨਹੀਂ ਹੈ ਕਿ ਇਸ ਮਨੁੱਖ ਨੂੰ ਕੋਈ ਸਹਾਰਾ, ਕੋਈ ਆਸਰਾ ਦੇ ਸਕੇ। ਤੁਸੀਂ ਹੀ ਕਿਰਪਾ ਕਰਨੀ ਹੈ, ਤੁਸੀਂ ਹੀ ਇਹਨੂੰ ਆਸਰਾ ਦੇਣਾ, ਤੁਸੀਂ ਹੀ ਸਹਾਰਾ ਬਣਨਾ। ਇਸ ਨਾ ਹੋਰ ਥਾਂ ਨਾਹੀਂ, ਸ਼ਬਦ ਲਾਗ ਸਵਾਰੀਆ। ਕਹਿੰਦੇ ਹੋਰ ਕੋਈ ਥਾਂ ਨਹੀਂ ਹੈ, ਹੋਰ ਕੋਈ ਟਿਕਾਣਾ ਹੀ ਨਹੀਂ, ਹੋਰ ਕੋਈ ਆਸਰਾ ਨਹੀਂ ਹੈ। ਇਸ ਕਰਕੇ ਕਿਰਪਾ ਕਰੋ, ਇਹਨੂੰ ਸ਼ਬਦ ਵਿੱਚ ਜੋੜ ਕੇ ਤੁਸੀਂ ਆਸਰਾ ਬਖਸ਼ੋ। ਜਿਉਂ ਮੰਦਰ ਕੋ ਥੰਮੈ ਥੰਮਣ, ਤਿਉਂ ਗੁਰ ਕਾ ਸ਼ਬਦ ਮਨੈ ਅਸਥੰਮਣ। ਕਹਿੰਦੇ ਜਿਵੇਂ ਥੰਮ ਜਿਹੜੇ ਨੇ ਉਹ ਛੱਤ ਨੂੰ ਟਿਕਾ ਕੇ ਰੱਖਦੇ ਨੇ, ਥੰਮੀ। ਕਹਿੰਦੇ ਜਦੋਂ ਬੰਦਾ ਡੋਲਦਾ ਏ, ਜੇ ਉਹ ਸ਼ਬਦ ਦਾ ਸਹਾਰਾ ਲਵੇ ਤੇ ਉਹਦਾ ਜਿਹੜਾ ਹੈ ਡੋਲਣਾ ਮੁੱਕ ਜਾਏਗਾ, ਅਸਥਿਰ ਹੋ ਜਾਏਗਾ, ਟਿਕ ਜਾਏਗਾ। ਹੁਣ ਇਹ ਸਹਾਰਾ, ਇਹ ਆਸਰਾ ਅਤੀ ਜ਼ਰੂਰੀ ਹੈ। ਸਹਾਰੇ ਤੋਂ ਬਿਨਾਂ, ਇਸ ਆਸਰੇ ਤੋਂ ਬਿਨਾਂ ਮਨੁੱਖ ਡੋਲਦਾ ਹੋਇਆ ਭਟਕ ਜਾਏਗਾ, ਰਸਤੇ ਤੋਂ ਥੜਕ ਜਾਏਗਾ। ਜਿਹੜਾ ਬੰਦਾ ਭਟਕ ਜਾਏ, ਗਲਤ ਰਸਤੇ ਤੇ ਪੈ ਜਾਏ, ਮੰਦੇ ਕਰਮਾਂ ਵਿੱਚ ਲੱਗ ਜਾਂਦਾ ਹੈ। ਦੁਨੀਆ ਦੇ ਅੰਦਰ ਜਿਹੜੀ ਕੁੱਲ ਆਬਾਦੀ ਹੈ ਉਹ ਕਰੋੜਾਂ ਦੇ ਵਿੱਚ ਹੈ, ਪਰ ਉਸ ਕੁੱਲ ਆਬਾਦੀ ਵਿੱਚੋਂ ਚੰਦ ਲੋਕ ਜਿਹੜੇ ਗਲਤ ਰਸਤੇ ਤੇ ਪੈ ਗਏ, ਭਟਕ ਗਏ, ਉਹਨਾਂ ਦੇ ਕਰਕੇ ਸਾਰੀ ਦੁਨੀਆ ਹੀ ਭੈ ਭੀਤ ਹੈ। ਚੋਰਾਂ ਦੀ ਗਿਣਤੀ ਕੋਈ ਬਹੁਤੀ ਜ਼ਿਆਦਾ ਨਹੀਂ ਹੋਣੀ, ਪਰ ਸਾਰਾ ਸ਼ਹਿਰ ਤਰਾ ਤਰਾ ਕਰਦਾ ਏ। ਲੁਟੇਰੇ ਡਾਕੂ ਵਿਰਲੇ ਨੇ, ਪਰ ਉਹਨਾਂ ਦਾ ਖੌਫ ਸਾਰੀ ਦੁਨੀਆ ਦੇ ਵਿੱਚ ਬਣਿਆ ਹੋਇਆ ਹੈ। ਅੱਤਵਾਦੀ ਬਹੁਤ ਵਿਰਲੇ ਨੇ, ਉਹਦੇ ਮੁਕਾਬਲੇ ਫੌਜ ਦੀ ਗਿਣਤੀ ਬਹੁਤ ਜ਼ਿਆਦਾ ਹੈ, ਪਰ ਉਹ ਰਸਤੇ ਤੋਂ ਭਟਕੇ ਹੋਏ ਨੇ। ਇਸ ਕਰਕੇ ਮੰਦੇ ਕਰਮਾਂ ਵਿੱਚ ਲੱਗੇ ਨੇ। ਆਮ ਲੋਕ ਵੀ ਉਹਨਾਂ ਤੋਂ ਖੌਫ ਜ਼ਦਾ ਹੋ ਰਹੇ ਨੇ, ਕਿਉਂਕਿ ਗਲਤ ਪਾਸੇ ਤੁਰ ਗਏ। ਇਸੇ ਤਰ੍ਹਾਂ ਹਜੂਰ ਨੇ ਆਖਿਆ, ਕਹਿੰਦੇ ਇਸ ਮਨੁੱਖ ਨੂੰ ਵੀ ਜਿੰਨੀ ਦੇਰ ਪ੍ਰਭੂ ਚਰਨਾਂ ਦਾ ਓਟ ਆਸਰਾ ਨਹੀਂ ਮਿਲਦਾ, ਇਹ ਓਟ ਆਸਰਾ ਨਹੀਂ ਲੈਂਦਾ, ਓਨੀ ਦੇਰ ਇਹਦੇ ਜੀਵਨ ਵਿੱਚ ਚੜ੍ਹਦੀ ਕਲਾ ਨਹੀਂ ਆ ਸਕਦੀ। ਇਹਦਾ ਜਨਮ ਮਰਨ ਦਾ ਗੇੜ ਨਹੀਂ ਮੁੱਕ ਸਕਦਾ। ਹੁਣ ਜਦੋਂ ਜਨਮ ਮਰਨ ਦੇ ਗੇੜ ਦੀ ਗੱਲ ਆਉਂਦੀ ਹੈ
ਤੇ ਬਾਣੀ ਨੇ ਆਖਿਆ ਮਨੁੱਖ ਮਨ ਦੇ ਕਰਮ ਕਰ ਕਰਕੇ ਰੋਜ਼ ਹੀ ਆਤਮਿਕ ਮੌਤ ਸਹੇੜਦਾ ਹੈ, ਰੋਜ਼ ਹੀ ਜੰਮਦਾ ਹੈ, ਮਰਦਾ ਹੈ, ਰੋਜ਼ ਹੀ ਜਨਮ ਤੇ ਮੌਤ ਦੀ ਗੱਲ ਰੋਜ਼ ਹੋ ਰਹੀ ਹੈ। ਪਲ ਪਲ ਬੰਦਾ ਮਰਦਾ ਹੈ, ਪਲ ਪਲ। ਜਦੋਂ ਕੋਈ ਬੰਦਾ ਗੁਨਾਹ ਕਰਕੇ ਕਬੂਲ ਨਾ ਕਰੇ, ਮੁੱਕਰ ਜਾਏ, ਤੇ ਆਪਾਂ ਕਹਿ ਦਿੰਨੇ ਮਰੀ ਜ਼ਮੀਰ ਵਾਲਾ ਬੰਦਾ ਏ, ਇਹਦੇ ਤੇ ਕੋਈ ਇਤਬਾਰ ਨਾ ਕਰਿਓ, ਇਹਦਾ ਭਰੋਸਾ ਹੀ ਕੋਈ ਨਹੀਂ, ਮਰੇ ਮੁੱਕਰੇ ਦਾ ਕੋਈ ਦਾਰੂ ਨਹੀਂ। ਰੋਜ਼ ਹੀ ਆਤਮਿਕ ਮੌਤ ਹੋ ਰਹੀ ਹੈ ਮਨੁੱਖ ਦੀ। ਤੇ ਹਜੂਰ ਨੇ ਇਸ ਰਹਾਉ ਦੇ ਬੰਦ ਵਿੱਚ ਰਹਿਮਤ ਕੀਤੀ, ਹਰ ਕੇ ਚਰਨ ਹਿਰਦੈ ਕਰ ਓਟ, ਜਨਮ ਮਰਨ ਤੇ ਹੋਵਤ ਛੋਟ। ਹੇ ਭਾਈ, ਹਿਰਦੇ ਦੇ ਵਿੱਚ ਹਰੀ ਦੀ ਓਟ ਲੈ, ਹਰੀ ਦੇ ਚਰਨਾਂ ਕਮਲਾਂ ਦਾ ਆਸਰਾ ਲੈ, ਤੇ ਤੇਰਾ ਜਨਮ ਮਰਨ ਦਾ ਗੇੜ ਹੀ ਮੁੱਕ ਜਾਏਗਾ। ਸ਼ਬਦ ਦੇ ਪਹਿਲੇ ਬੰਦ ਦੇ ਅੰਦਰ ਗੱਲ ਕੀਤੀ ਸਾਹਿਬ ਨੇ ਮਤ ਦੀ, ਸਾ ਮਤ ਨਿਰਮਲ ਕਹੀਅਤ ਧੀਰ, ਰਾਮ ਰਸਾਇਣ ਪੀਵਤ ਬੀਰ। ਹੁਣ ਮਨੁੱਖ ਦੇਖਣ ਨੂੰ ਤੇ ਬਹੁਤ ਸੋਹਣਾ ਲੱਗ ਰਿਹਾ, ਪਰ ਜਦੋਂ ਅਸੀਂ ਉਹਦੇ ਵਿਚਾਰਾਂ ਨੂੰ ਜਾਣਾਂਗੇ ਫਿਰ ਪਤਾ ਲੱਗੇਗਾ ਕਿ ਇਹ ਵਾਕਈ ਸੋਹਣਾ ਹੈ। ਕਿਉਂਕਿ ਸਰੀਰਕ ਸੁੰਦਰਤਾ ਇੰਨੀ ਮਾਇਨੇ ਨਹੀਂ ਰੱਖਦੀ ਜਿੰਨੇ ਮਨੁੱਖ ਦੇ ਵਿਚਾਰ ਸੁੰਦਰ ਹੋਣੇ ਚਾਹੀਦੇ ਨੇ। ਵਿਚਾਰ ਸੁੰਦਰ ਨੇ ਤੇ ਮਨੁੱਖ ਸੁੰਦਰ ਹੈ। ਸਰੀਰਕ ਸੁੰਦਰਤਾ ਬਾਹਰੀ ਸੁਹੱਪਣ, ਬਾਹਰੀ ਪਹਿਰਾਵਾ ਕੁਝ ਦੇਰ ਲਈ ਪ੍ਰਭਾਵਿਤ ਕਰ ਸਕਦਾ ਹੈ, ਪਰ ਸੱਚਮੁੱਚ ਜੇ ਮਨੁੱਖ ਦੇ ਵਿਚਾਰ ਚੰਗੇ ਨਾ ਹੋਏ, ਜੇ ਮਨੁੱਖ ਦੀ ਮੱਤ ਚੰਗੀ ਨਾ ਹੋਈ, ਤੇ ਉਹ ਬਾਹਰੀ ਪਹਿਰਾਵੇ ਨਾਲ ਪਾਇਆ ਹੋਇਆ ਪ੍ਰਭਾਵ ਪਲਾਂ ਵਿੱਚ ਹੀ ਖਤਮ ਹੋ ਜਾਂਦਾ ਹੈ। ਕਿੰਨੇ ਬੰਦੇ ਤੁਹਾਨੂੰ ਐਸੇ ਮਿਲਣਗੇ ਜਿਨ੍ਹਾਂ ਤੋਂ ਤੁਸੀਂ ਬੜੇ ਪ੍ਰਭਾਵਿਤ ਹੋਏ ਹੋਵੋਗੇ, ਪਰ ਜਦੋਂ ਤੁਸੀਂ ਉਹਨਾਂ ਦੀ ਮੱਤ ਵੇਖੀ, ਉਹਨਾਂ ਦੀ ਵਿਚਾਰ ਸੁਣੀ, ਤੇ ਤੁਸੀਂ ਉਹਨਾਂ ਨਾਲੋਂ ਦੂਰੀ ਬਣਾ ਲਈ ਕਿ ਇਹ ਬੰਦਾ ਠੀਕ ਨਹੀਂ ਹੈ, ਇਹਦੀ ਮੱਤ ਜਿਹੜੀ ਹੈ ਖੋਟੀ ਹੈ, ਮਲੀਨ ਮੱਤ ਵਾਲਾ ਹੈ, ਮਾੜੀ ਬੁੱਧੀ ਵਾਲਾ ਹੈ, ਮਾੜੇ ਵਿਚਾਰਾਂ ਵਾਲਾ ਹੈ। ਹਜੂਰ ਨੇ ਆਖਿਆ ਮੱਤ ਜਿਹੜੀ ਹੈ ਨਾ, ਉਹ ਹੀ ਧੀਰਜਵਾਨ ਤੇ ਨਿਰਮਲ ਕਹੀ ਜਾ ਸਕਦੀ ਹੈ। ਰਾਮ ਰਸਾਇਣ ਪੀਵਤ ਬੀਰ। ਹੇ ਭਾਈ, ਜਿਹੜਾ ਮਨੁੱਖ ਜਿਹੜੀ ਮੱਤ ਦੇ ਸਦਕਾ ਰਾਮ ਦੇ ਨਾਮ ਦੇ ਵਿੱਚ ਜੁੜ ਕੇ ਰਾਮ ਰਸ ਪੀ ਰਿਹਾ ਹੈ, ਉਹ ਮੱਤ ਨੂੰ ਆਪਾਂ ਨਿਰਮਲ ਆਖਾਂਗੇ। ਨਹੀਂ ਤੇ ਬਹੁਤੀ ਵੇਰਾਂ ਕੀ ਹੁੰਦਾ ਏ, ਮਨੁੱਖ ਮੱਤ ਦੀ ਥਾਂ ਤੇ ਕੁਮੱਤ ਦਾ ਧਾਰਨੀ ਬਣ ਜਾਂਦਾ ਏ। ਰਾਮ ਰਸ ਪੀਣ ਦੀ ਥਾਵੇਂ ਵਿਸ਼ੇ ਵਿਕਾਰਾਂ ਦੇ ਰਸਾਂ ਵਿੱਚ ਉਲਝ ਕੇ ਰਹਿ ਜਾਂਦਾ ਏ। ਤੇ ਹਜੂਰ ਫਿਰ ਸੰਬੋਧਨ ਕਰਦੇ ਨੇ, ਮਨ ਰੇ ਕੌਣ ਕੁਮੱਤ ਤੈਂ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨੇ ਕੀਨੀ। ਕਹਿੰਦੇ ਤੂੰ ਭਗਤੀ ਵਾਲੇ ਪਾਸੇ ਕਦੇ ਨਹੀਂ ਆਇਆ, ਪਰਾਈ ਨਿੰਦਿਆ ਤੇ ਪਰਾਇਆ ਰੂਪ ਤੱਕ ਰਿਹਾ ਹੈ, ਪਰ ਦਾਰਾ ਨਿੰਦਿਆ ਰਸ ਰਚਿਓ। ਵੇਖੋ, ਨਿੰਦਿਆ ਬੰਦਾ ਤਾਂ ਹੀ ਕਰਦਾ ਹੈ ਨਾ, ਉਹਦੇ ਵਿੱਚੋਂ ਰਸ ਮਿਲ ਰਿਹਾ। ਜੇ ਰਸ ਨਾ ਮਿਲੇ ਤੇ ਮਨੁੱਖ ਨਿੰਦਿਆ ਨਹੀਂ ਕਰੇਗਾ, ਚੁਗਲੀ ਨਹੀਂ ਕਰੇਗਾ, ਰਸ ਲੈ ਰਿਹਾ ਉਹਦੇ ਵਿੱਚੋਂ, ਪਰਾਇਆ ਰੂਪ ਤੱਕ ਦਾ ਉਹਦੇ ਵਿੱਚੋਂ ਰਸ ਲੈਂਦਾ ਹੈ। ਪਰ ਦਾਰਾ ਨਿੰਦਿਆ ਰਸ ਰਚਿਓ, ਇਸ ਰਸ ਦੇ ਵਿੱਚ ਰਚਿਆ ਹੋਇਆ ਮਗਨ ਹੋ ਚੁੱਕਾ ਹੈ। ਇਹ ਕਿਉਂ ਹੋਇਆ? ਕਿਉਂਕਿ ਕੁਮੱਤ ਧਾਰਨ ਕਰ ਲਈ, ਸੁਮੱਤ ਨਹੀਂ ਲਈ, ਗੁਰੂ ਦੀ ਮੱਤ ਨਹੀਂ ਲਈ। ਮਹਾਰਾਜ ਬਾਣੀ ਵਿੱਚ ਸਮਝਾਉਂਦੇ ਨੇ, ਕਹਿੰਦੇ ਜਿਹੜੇ ਬੰਦੇ ਕੁਮੱਤ ਦੇ ਧਾਰਨੀ ਹੁੰਦੇ ਨੇ, ਖੋਟੀ ਮੱਤ ਵਾਲੇ, ਉਹ ਖੋਟੇ ਕਰਮਾਂ ਵਿੱਚ ਲੱਗ ਕੇ ਪਛਤਾਵੇ ਦੀ ਜ਼ਿੰਦਗੀ ਜਿਉਂਦੇ ਨੇ। ਜਦੋਂ ਬੰਦਾ ਖੋਟੀ ਮੱਤ ਵਾਲਾ ਹੋਏਗਾ, ਮੰਦੇ ਕੰਮ ਕਰੇਗਾ ਖੋਟੀ ਮੱਤ ਦੇ ਦੁਆਰਾ, ਫਿਰ ਸਾਰੀ ਜ਼ਿੰਦਗੀ ਪਛਤਾਵੇ ਵਿੱਚ ਲੰਘ ਜਾਂਦੀ ਹੈ।
ਝੋਰਿਆਂ ਦੇ ਵਿੱਚ ਲੰਘ ਜਾਂਦੀ ਹੈ। ਸਾ ਮਤ ਨਿਰਮਲ ਕਹੀਅਤ ਬੀਰ, ਕਹਿਣ ਲੱਗੇ ਉਹੋ ਹੀ ਮਤ ਨਿਰਮਲ ਤੇ ਧੀਰਜਵਾਨ ਕਹੀ ਜਾ ਸਕਦੀ ਹੈ। ਹੇ ਭਾਈ, ਜਿਸ ਮਤ ਦੁਆਰਾ ਰਾਮ ਰਸਾਇਣ ਪੀਵਤ ਬੀਰ, ਜਿਸ ਮਤ ਦੇ ਦੁਆਰਾ ਮਨੁੱਖ ਪ੍ਰਭੂ ਦੀ ਬੰਦਗੀ ਵਿੱਚ ਜੁੜ ਕੇ ਰਾਮ ਰਸ ਪ੍ਰਾਪਤ ਕਰਦਾ ਹੈ, ਰਾਮ ਰਸ ਪੀਂਦਾ ਹੈ, ਕਹਿੰਦੇ ਉਹ ਮਤ ਬੜੀ ਧੀਰਜਵਾਨ ਤੇ ਨਿਰਮਲ ਹੈ, ਮੈਲ ਤੋਂ ਰਹਿਤ ਹੈ। ਨਿਰਮਲ ਦਾ ਅਰਥ ਮੈਲ ਤੋਂ ਰਹਿਤ ਹੋ ਜਾਣਾ। ਹੁਣ ਮਨੁੱਖ ਦੇ ਅੰਦਰ ਮੈਲ ਭਰੀ ਹੋਈ ਉਹ ਵਿਚਾਰਾਂ ਦੀ ਮੈਲ ਹੈ, ਮੰਦੇ ਖਿਆਲ, ਮੰਦੀ ਵਿਚਾਰਧਾਰਾ, ਉਹ ਮੈਲ ਹੈ ਜਿਹੜੀ ਲੱਗੀ ਹੋਈ ਹੈ। ਪਰ ਜਿਸ ਮਨੁੱਖ ਨੇ ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ, ਜਿਸ ਨੇ ਆਪਣੀ ਮਤ ਨੂੰ ਧੋ ਲਿਆ ਨਾਮ ਦੇ ਰੰਗ ਦੇ ਵਿੱਚ, ਕਹਿੰਦੇ ਨਿਰਮਲ ਹੋ ਗਈ, ਉਹ ਪਵਿੱਤਰ ਹੋ ਗਈ ਹੈ। ਸੋ ਤਨ ਨਿਰਮਲ ਜਿਤ ਉਪਜੈ ਨ ਪਾਪ। ਪਹਿਲਾਂ ਹਜ਼ੂਰ ਨੇ ਮਤ ਦੀ ਗੱਲ ਕੀਤੀ, ਕਹਿੰਦੇ ਮਤ ਉਹ ਨਿਰਮਲ ਹੈ ਜਿਹੜੀ ਰਾਮ ਰਸ ਪੀਂਦੀ ਹੈ। ਅੱਗੇ ਮਹਾਰਾਜ ਸਰੀਰ ਦੀ ਗੱਲ ਕਰਦੇ, ਤਨ ਦੀ ਗੱਲ ਕਰਦੇ ਨੇ, ਕਹਿੰਦੇ ਤਨ ਵੀ ਨਿਰਮਲ ਉਹੀ ਹੈ ਜਿਸ ਦੇ ਵਿੱਚੋਂ ਪਾਪ ਨਹੀਂ ਪੈਦਾ ਹੁੰਦੇ। ਉਪਜੈ ਦਾ ਅਰਥ ਹੈ ਪੈਦਾ ਹੋਣਾ, ਕਿਉਂਕਿ ਹੈ ਤੇ ਸਾਰਾ ਕੁਝ ਮਨੁੱਖ ਦੇ ਅੰਦਰ ਹੀ। ਜੇ ਪੁੰਨ ਕਰਦਾ ਤਾਂ ਉਹ ਫੁਰਨੇ ਵੀ ਅੰਦਰੋਂ ਹੀ ਆ ਰਹੇ ਨੇ, ਜੇ ਪਾਪ ਕਰਦਾ ਉਹ ਫੁਰਨੇ ਵੀ ਅੰਦਰ ਹੀ ਨੇ, ਅੰਦਰੋਂ ਸਾਰਾ ਕੁਝ ਪ੍ਰਗਟ ਹੋ ਰਿਹਾ। ਸੋ ਤਨ ਨਿਰਮਲ ਜਿਤ ਉਪਜੈ ਨ ਪਾਪ। ਹੁਣ ਪਾਪ ਦੀ ਜਿਹੜੀ ਵਿਆਖਿਆ ਹੈ ਇਹ ਬੜੀ ਕਠਿਨ ਹੈ। ਇਸ ਨੂੰ ਅਸੀਂ ਗੁਰਬਾਣੀ ਦੇ ਰਾਹੀਂ ਸਮਝੀਏ ਕਿ ਪਾਪ ਕੀ ਹੈ। ਕਈ ਵਾਰੀ ਜਿਹੜਾ ਕੰਮ ਸਾਡੀਆਂ ਨਜ਼ਰਾਂ ਵਿੱਚ ਪਾਪ ਹੁੰਦਾ ਹੈ ਨਾ, ਕੋਈ ਉਹਨੂੰ ਪੁੰਨ ਸਮਝ ਕੇ ਕਰ ਰਿਹਾ ਹੈ। ਇਸ ਕਰਕੇ ਇਹਦਾ ਫੈਸਲਾ ਕਰਨਾ ਬੜਾ ਕਠਿਨ ਹੈ ਕਿ ਪਾਪ ਕੀ ਹੈ ਤੇ ਪੁੰਨ ਕੀ ਹੈ। ਜਿਸ ਤਰ੍ਹਾਂ ਬਕਰੀਦ ਵਾਲੇ ਦਿਨ ਸਭ ਮੁਸਲਮਾਨ ਬੱਕਰਾ ਵੱਢਦੇ ਨੇ, ਤਾਂ ਉਹ ਕੀ ਕਹਿੰਦੇ, ਅਸੀਂ ਬੜਾ ਪੁੰਨ ਦਾ ਕੰਮ ਕਰਦੇ, ਬੜਾ ਸਵਾਬ ਦਾ ਕੰਮ ਕਰ ਰਹੇ ਹਾਂ, ਅਸੀਂ ਬੱਕਰਾ ਵੱਢ ਰਹੇ ਹਾਂ। ਪਰ ਦੂਜੇ ਪਾਸੇ ਜੈਨੀ ਲੋਕ, ਬੋਧੀ ਲੋਕ, ਉਹਨਾਂ ਦੀਆਂ ਨਜ਼ਰਾਂ ਵਿੱਚ ਵੇਖੀਏ ਤਾਂ ਕਹਿਣਗੇ ਤੁਸੀਂ ਬਹੁਤ ਵੱਡਾ ਪਾਪ ਕਰ ਦਿੱਤਾ, ਤੁਸੀਂ ਜੀਵ ਘਾਤ ਕੀਤਾ ਹੈ। ਹੁਣ ਇੱਕ ਕੰਮ ਇੱਕ ਪੁੰਨ ਸਮਝ ਕੇ ਕਰ ਰਿਹਾ, ਦੂਜਾ ਉਹਨੂੰ ਪਾਪ ਕਹਿ ਰਿਹਾ ਹੈ। ਇਸ ਕਰਕੇ ਪਾਪ ਦੀ ਜਿਹੜੀ ਵਿਚਾਰਧਾਰਾ ਹੈ ਵੱਖ-ਵੱਖ ਧਰਮਾਂ ਦੇ ਅੰਦਰ ਉਹ ਵੱਖਰੀ ਵੱਖਰੀ ਹੈ। ਪਰ ਗੁਰਮਤਿ ਦਾ ਸਿਧਾਂਤ ਕੀ ਹੈ, ਆਪਾਂ ਉਹ ਸਮਝਣ ਦਾ ਯਤਨ ਕਰਨਾ ਹੈ। ਜੇ ਪਾਪ ਦੇ ਬਾਰੇ ਈਸਾਈਅਤ ਨੂੰ ਪੜ੍ਹੀਏ ਤਾਂ ਉਹਨਾਂ ਦੇ ਗ੍ਰੰਥਾਂ ਦੇ ਵਿੱਚ ਮਿਲਦਾ ਏ ਕਿ ਆਦਮ ਅਤੇ ਹਵਾ ਜਿਸ ਵੇਲੇ ਬਹਿਸ਼ਤ ਵਿੱਚ ਰਹਿੰਦੇ ਸਨ, ਸਵਰਗਾਂ ਵਿੱਚ ਰਹਿੰਦੇ ਸਨ, ਤੇ ਪਰਮੇਸ਼ਰ ਨੇ ਕਹਿਣ ਲੱਗੇ ਇੱਕ ਫਲ ਖਾਣ ਤੋਂ ਮਨਾ ਕੀਤਾ ਹੋਇਆ ਸੀ, ਪਰੰਤੂ ਸ਼ੈਤਾਨ ਦੇ ਉਕਸਾਉਣ ਤੇ ਉਹਨਾਂ ਨੇ ਉਹ ਫਲ ਖਾਧਾ, ਹੁਕਮਦੂਲੀ ਕੀਤੀ। ਇਸ ਕਰਕੇ ਉਹਨਾਂ ਨੂੰ ਇਸ ਮਾਤ ਲੋਕ ਵਿੱਚ ਸੁੱਟ ਦਿੱਤਾ ਗਿਆ। ਜਿਹੜਾ ਅਜ਼ਰਾਇਲ ਹੈ, ਜਿਹੜਾ ਫਰਿਸ਼ਤਾ ਹੈ, ਸਾਰੇ ਪਾਪ ਕਰਮ ਵਾਸਤੇ ਕਹਿੰਦੇ ਉਕਸਾਉਂਦਾ ਹੈ, ਉਹ ਸ਼ੈਤਾਨ, ਜਿਸ ਨੂੰ ਕਿਹਾ ਗਿਆ ਸਾਰੇ ਫਰਿਸ਼ਤਿਆਂ ਦਾ ਆਗੂ ਸ਼ੈਤਾਨ। ਕਹਿੰਦੇ ਉਹ ਸ਼ੈਤਾਨ ਬੰਦੇ ਨੂੰ ਪਾਪ ਕਰਮ ਵਾਸਤੇ ਉਕਸਾ ਰਿਹਾ ਹੈ, ਉਹਦੇ ਕਹਿਣ ਤੇ ਬੰਦੇ ਪਾਪ ਕਰਮਾਂ ਵਿੱਚ ਲੱਗਦੇ ਨੇ। ਸ਼ੈਤਾਨ ਇਸੇ ਤਰ੍ਹਾਂ ਵੱਖਰੀ ਵੱਖਰੀ ਵਿਚਾਰਧਾਰਾ ਹੈ ਪਾਪ ਦੀ। ਪਰ ਗੁਰਬਾਣੀ ਨੇ ਆਖਿਆ ਕਿ ਉਹ ਕਰਮ ਪਾਪ ਹੈ ਜਿਹਨੂੰ ਕਰਨ ਦੇ ਨਾਲ ਮਨੁੱਖ ਨੂੰ ਸ਼ਰਮਸਾਰ ਹੋਣਾ ਪਵੇ, ਮਨੁੱਖ ਆਪਣੇ ਆਪ ਨੂੰ ਗੁਨਾਹਗਾਰ ਮਹਿਸੂਸ ਕਰੇ, ਸ਼ਰਮਿੰਦਾ ਹੋਵੇ।
ਜਿਸ ਕੰਮ ਨੂੰ ਕਰਕੇ ਲੁਕਾਉਣਾ ਪਵੇ ਉਹ ਕੰਮ ਪਾਪ ਹੈ। ਤੇ ਪਾਪ ਕਰਮ ਬੰਦਾ ਕਿਉਂ ਕਰਦਾ ਹੈ? ਪਾਪ ਦਾ ਮੂਲ ਕਾਰਨ ਹੈ ਲੋਭ। ਲੋਭ ਦੇ ਵਸ ਹੋ ਕੇ ਬੰਦਾ ਬੜੇ ਤਰ੍ਹਾਂ ਦੇ ਕਰਮ ਕਰਦਾ ਏ, ਝੂਠ ਬੋਲਦਾ ਏ। ਤੇ ਸਾਹਿਬ ਨੇ ਆਖਿਆ ਜਿੱਥੇ ਝੂਠ ਆ ਗਿਆ ਨਾ ਉੱਥੇ ਪਾਪ ਫਿਰ ਸ਼ੁਰੂ ਹੋ ਜਾਂਦਾ ਹੈ, ਉੱਥੇ ਪਾਪ ਹੈ। ਭਗਤ ਕਬੀਰ ਸਾਹਿਬ ਦੇ ਪਾਵਨ ਬਚਨ ਆਪਾਂ ਪੜ੍ਹਦੇ ਹਾਂ, ਕਬੀਰਾ ਜਹਾਂ ਗਿਆਨ ਤਹਾਂ ਧਰਮ ਹੈ। ਧਰਮ ਕਿੱਥੇ ਹੈ? ਜਿੱਥੇ ਗਿਆਨ ਹੋਵੇਗਾ। ਅਗਿਆਨਤਾ ਨੂੰ ਧਰਮ ਨਹੀਂ ਆਖਿਆ ਮਹਾਰਾਜ ਨੇ। ਧਰਮ ਦਾ ਸੰਬੰਧ ਗਿਆਨ ਦੇ ਨਾਲ ਹੈ। ਜਹਾਂ ਝੂਠ ਤਹਾਂ ਪਾਪ, ਕਹਿੰਦੇ ਜਿੱਥੇ ਝੂਠ ਹੈ ਉੱਥੇ ਪਾਪ ਹੈ। ਜਿੱਥੇ ਝੂਠ ਆ ਗਿਆ ਉੱਥੇ ਪਾਪ ਹੈ। ਤੇ ਝੂਠ ਬੰਦਾ ਕਿਸ ਕਾਰਨ ਕਰਕੇ ਬੋਲ ਰਿਹਾ ਹੈ ਇਹ ਵੀ ਸਮਝਣਾ ਪਵੇਗਾ। ਕਈ ਵਾਰ ਲੋਭ ਦੇ ਵਸ ਹੋ ਕੇ ਬੰਦਾ ਝੂਠ ਬੋਲਦਾ, ਕਈ ਵਾਰੀ ਮੋਹ ਦੇ ਵਸ ਹੋ ਜਾਂਦਾ, ਕਈ ਵਾਰੀ ਵਿਕਾਰਾਂ ਦੇ ਵਸ ਹੋ ਕੇ ਝੂਠ ਬੋਲਦਾ ਹੈ। ਤੇ ਐਸੇ ਕਰਮ ਕਰਦਾ, ਕਹਿੰਦਾ ਦੁਨੀਆ ਨੂੰ ਪਤਾ ਨਾ ਲੱਗੇ, ਮੈਂ ਛੁਪਾ ਲਵਾਂ ਲੁਕਾ ਲਵਾਂ। ਹਜ਼ੂਰ ਨੇ ਆਖਿਆ ਜਿੰਨੇ ਵੀ ਲੋਕ ਛੁਪ ਕੇ ਕੀਤੇ ਜਾਂਦੇ ਕਰਮ ਨੇ ਇਹ ਪਾਪ ਹੈ। ਇਸ ਕਰਕੇ ਇਹ ਕਰਮ ਤੇਰੇ ਇੱਕ ਦਿਨ ਪ੍ਰਗਟ ਹੋ ਜਾਣੇ ਨੇ। ਕਬੀਰ ਜੇਤੇ ਪਾਪ ਕੀਏ ਰੱਖੇ ਤਲੇ ਦੁਰਾਏ, ਛੁਪਾ ਕੇ ਰੱਖਦਾ ਹੈ। ਹੁਣ ਬੰਦੇ ਨੇ ਇੱਕ ਬੰਦਾ ਮਾਰ ਦਿੱਤਾ, ਕਹਿੰਦਾ ਪਤਾ ਨਾ ਲੱਗ ਜਾਏ, ਕਹਿੰਦਾ ਮੈਂ ਜਦੋਂ ਕਤਲ ਕਰ ਰਿਹਾ ਸਾਂ ਫਲਾਣੇ ਨੇ ਵੇਖਿਆ ਸੀ, ਉਹਨੂੰ ਵੀ ਮਾਰ ਦਿਆਂ। ਵੇਖੋ ਇੱਕ ਪਾਪ ਨੂੰ ਛੁਪਾਉਣ ਲੱਗਿਆ ਇੱਕ ਹੋਰ ਕਰ ਦਿੱਤਾ। ਜਿਸ ਨੇ ਵੇਖਿਆ ਸੀ, ਜਿਹੜਾ ਚਸ਼ਮਦੀਦ ਗਵਾਹ ਬਣ ਸਕਦਾ ਸੀ, ਇਹਨੇ ਉਹਨੂੰ ਵੀ ਮਾਰ ਦਿੱਤਾ। ਫਿਰ ਕਹਿੰਦਾ ਫਲਾਣੇ ਬੰਦੇ ਨੂੰ ਇਸ ਗੱਲ ਦੀ ਸੂਹ ਮਿਲ ਗਈ ਸੀ, ਪਤਾ ਲੱਗ ਗਿਆ ਸੀ ਕਿਤੇ ਉਹ ਨਾ ਮੇਰਾ ਭੇਤ ਖੋਲ ਦੇਵੇ, ਮੈਂ ਉਹਨੂੰ ਵੀ ਮਾਰ ਦੇਵਾਂ। ਇਸੇ ਤਰ੍ਹਾਂ ਆਪਾਂ ਵੇਖਦੇ ਹਾਂ ਮਨੁੱਖ ਇੱਕ ਪਾਪ ਗੁਨਾਹ ਕਰਕੇ ਉਹਨੂੰ ਛੁਪਾਉਣ ਵਾਸਤੇ ਕਈ ਹੋਰ ਗੁਨਾਹ ਤੇ ਪਾਪ ਕਰਦਾ ਜਾਂਦਾ ਹੈ। ਪਾਪ ਦੀ ਦੁਨੀਆ ਵਿੱਚ ਗ੍ਰਸਤ ਹੋ ਗਿਆ। ਤਾਂ ਸਤਿਗੁਰੂ ਕਹਿਣ ਲੱਗੇ ਜਿੱਥੇ ਗਿਆਨ ਹੈ ਉੱਥੇ ਧਰਮ ਹੈ। ਜਹਾਂ ਝੂਠ ਤਹਾਂ ਪਾਪ, ਜਹਾਂ ਲੋਭ ਤਹਾਂ ਕਾਲ ਹੈ, ਜਹਾਂ ਖਿਮਾ ਤਹਾਂ ਆਪ। ਜਿੱਥੇ ਲੋਭ ਆ ਗਿਆ ਉੱਥੇ ਕਾਲ ਦਾ ਵਾਸਾ, ਜਿੱਥੇ ਖਿਮਾ ਆ ਗਈ ਉੱਥੇ ਪ੍ਰਭੂ ਦਾ ਵਾਸਾ ਹੈ। ਇਸ ਕਰਕੇ ਇਸ ਸਰੀਰ ਦੇ ਅੰਦਰੋਂ ਕਹਿੰਦੇ ਪਾਪ ਨਾ ਉਪਜਨ। ਇਹ ਸਰੀਰ ਐਸੇ ਕਰਮ ਨਾ ਕਰੇ ਜਿਹਦੇ ਕਰਕੇ ਇਹਨੂੰ ਸ਼ਰਮਿੰਦਾ ਹੋਣਾ ਪਵੇ। ਜਿਹੜੇ ਕਰਮ ਕੀਤਿਆਂ ਮਨੁੱਖ ਨੂੰ ਆਤਮਿਕ ਤੌਰ ਤੇ ਬਲ ਮਿਲੇ, ਉਤਸ਼ਾਹ ਮਿਲੇ, ਮਨੁੱਖ ਆਪਣੀਆਂ ਨਜ਼ਰਾਂ ਦੇ ਵਿੱਚ ਸ਼ਰਮਿੰਦਾ ਨਾ ਹੋਣਾ ਹੋਵੇ, ਉਹ ਕਰਮ ਪੁੰਨ ਕਰਮ ਨੇ। ਜਿਹੜੇ ਕੰਮ ਕਰਕੇ ਮਨੁੱਖ ਆਪਣੀਆਂ ਨਜ਼ਰਾਂ ਵਿੱਚ ਹੀ ਸ਼ਰਮਿੰਦਾ ਹੋ ਜਾਏ, ਇਹਦੀ ਜ਼ਮੀਰ ਜਿਹੜੀ ਹੈ ਮਰ ਜਾਏ, ਉਹ ਪਾਪ ਕਰਮ ਨੇ। ਤੇ ਬਾਬਾ ਫਰੀਦ ਸਾਹਿਬ ਨੇ ਆਪਣੇ ਸ਼ਲੋਕਾਂ ਦੇ ਵਿੱਚ ਆਖਿਆ, ਫਰੀਦਾ ਜਿੰਨੀ ਕਮੀ ਨਾਹੇ ਗੁਣ ਤੇ ਕੰਬੜੇ ਵਿਸਾਰ, ਮਤ ਸ਼ਰਮਿੰਦਾ ਥੀਵਈ ਸਾਈਂ ਦੇ ਦਰਬਾਰ। ਕਹਿਣ ਲੱਗੇ ਐਸੇ ਕਰਮ ਨਾ ਕਰਿਆ ਕਰ ਜਿਨ੍ਹਾਂ ਦੇ ਨਾਲ ਸ਼ਰਮਿੰਦਾ ਹੋਣਾ ਪਵੇ। ਪ੍ਰਭੂ ਦੀ ਦਰਗਾਹ ਦੇ ਵਿੱਚ ਲੋਭ ਦੇ ਵਸ ਹੋ ਕੇ, ਵਿਕਾਰਾਂ ਦੇ ਵਸ ਹੋ ਕੇ ਮੰਦੇ ਕਰਮਾਂ ਤੋਂ ਪਰਹੇਜ਼ ਕਰ। ਕਹਿੰਦੇ ਫਿਰ ਤਨ ਨਿਰਮਲ ਹੋਏਗਾ। ਜਿਸ ਤਨ ਦੇ ਵਿੱਚੋਂ ਪਾਪ ਦੀ ਉਪਜ ਨਹੀਂ ਹੁੰਦੀ, ਪੁੰਨ ਦੀ ਉਪਜ ਹੁੰਦੀ ਹੈ। ਰਾਮ ਰੰਗ ਨਿਰਮਲ ਪ੍ਰਤਾਪ। ਹੁਣ ਜਦੋਂ ਪਾਪ ਤੋਂ ਅਸੀਂ ਰਹਿਤ ਹੋ ਗਏ ਤੇ ਪ੍ਰਭੂ ਦੀ ਬੰਦਗੀ ਵਿੱਚ ਜੁੜ ਗਏ, ਕਹਿੰਦੇ ਫਿਰ ਮਨੁੱਖ ਦੇ ਚਿਹਰੇ ਤੇ ਇੱਕ ਨੂਰ ਹੋਏਗਾ। ਉਹ ਮਨੁੱਖ ਜਿਹੜਾ ਹੈ ਬੜਾ ਨਿਰਮਲ ਪ੍ਰਤਾਪ ਵਾਲਾ ਹੋਏਗਾ। ਬੰਦਗੀ ਦਾ ਐਸਾ ਪ੍ਰਤਾਪ ਉਹਦੇ ਤੇ ਸਾਖਸ਼ਾਤ ਨਜ਼ਰ ਆਏਗਾ। ਸਾਧ ਸੰਗ ਮਿਟ ਜਾਤ ਵਿਕਾਰ, ਸਭ ਤੇ ਊਚ ਇਹੋ ਉਪਕਾਰ। ਹੁਣ ਮਨੁੱਖ ਦੀ ਵਿਚਾਰਧਾਰਾ ਦੇ ਉੱਪਰ ਸੰਗਤ ਦਾ ਬੜਾ ਪ੍ਰਭਾਵ ਹੈ। ਜਿਹੋ ਜੀ ਸੰਗਤ ਉਹੋ ਜੀ ਵਿਚਾਰਧਾਰਾ ਦਾ ਮਨੁੱਖ ਧਾਰਨੀ ਬਣ ਜਾਂਦਾ ਹੈ।
ਕਿਸੇ ਮਨੁੱਖ ਦੇ ਬਾਰੇ ਜਾਣਨਾ ਹੋਵੇ ਤਾਂ ਪਤਾ ਕਰੋ ਕਿ ਇਹਦੀ ਸੰਗਤ ਕਿਹੋ ਜਿਹੀ, ਦੀ ਸੁਸਾਇਟੀ ਕਿਹੋ ਜਿਹੀ ਹੈ, ਤੇ ਤੁਹਾਨੂੰ ਉਸੇ ਵੇਲੇ ਪਤਾ ਲੱਗੇਗਾ ਕਿ ਮਨੁੱਖ ਕਿਹੋ ਜਿਹਾ, ਇਹਦੀ ਵਿਚਾਰਧਾਰਾ ਕਿਹੋ ਜਿਹੀ ਹੈ। ਕਿਉਂਕਿ ਜਿਹੋ ਜਿਹੀ ਸੰਗਤ ਵਿੱਚ ਮਨੁੱਖ ਬੈਠੇਗਾ, ਜਿਹੋ ਜਿਹੀ ਦੀ ਸੁਸਾਇਟੀ ਹੋਏਗੀ, ਉਹੋ ਜਿਹੀ ਦੀ ਵਿਚਾਰਧਾਰਾ ਹੋਏਗੀ। ਤੇ ਸੰਗਤ ਦਾ ਬਹੁਤ ਜ਼ਿਆਦਾ ਅਸਰ ਮਨੁੱਖ ਦੇ ਉੱਪਰ ਪੈਂਦਾ ਹੈ। ਕੋਈ ਜੰਮਦਾ ਚੋਰ ਜਾਂ ਡਾਕੂ ਨਹੀਂ ਹੁੰਦਾ, ਕੋਈ ਜੰਮਦਾ ਹੀ ਕਾਤਲ ਜਾਂ ਲੁਟੇਰਾ ਨਹੀਂ ਬਣਦਾ, ਕੋਈ ਜੰਮਦਾ ਹੀ ਸੰਤ ਭਗਤ ਨਹੀਂ ਬਣਦਾ। ਇਹ ਸਾਰਾ ਪ੍ਰਭਾਵ ਸੰਗਤ ਦਾ ਹੈ। ਜਿਹੋ ਜਿਹੀ ਸੰਗਤ ਮਿਲ ਗਈ, ਉਹੋ ਜਿਹਾ ਪ੍ਰਭਾਵ ਮਨੁੱਖ ਦਾ ਬਣ ਜਾਂਦਾ। ਭਾਈ ਗੁਰਦਾਸ ਜੀ ਨੇ ਬਹੁਤ ਸੁੰਦਰ ਵਿਆਖਿਆ ਕੀਤੀ ਸੰਗਤ ਦੀ। ਸੰਗਤ ਅਤੇ ਕੁਸੰਗਤ ਦੋਵਾਂ ਦਾ ਫਰਕ ਸਮਝਾਇਆ ਹੈ। ਕਹਿਣ ਲੱਗੇ ਕਾਹੂ ਦਸ਼ਾ ਕੇ ਪਵਨ ਗਮਨ ਬਰਖਾ ਹੈ, ਕਾਹੂ ਦਸ਼ਾ ਕੇ ਪਵਨ ਬਾਦਰ ਬਲਾਤ ਹੈ। ਬੜੀਆਂ ਸੋਹਣੀਆਂ ਉਦਾਹਰਨਾਂ ਦਿੱਤੀਆਂ। ਕਹਿਣ ਲੱਗੇ ਧਿਆਨ ਰੱਖਿਓ, ਇੱਕ ਹਵਾ ਜਿਹਦੇ ਚੱਲਣ ਨਾਲ ਬੱਦਲ ਆ ਜਾਂਦੇ ਤੇ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਹੈ, ਉਹ ਵੀ ਹਵਾ ਹੀ, ਉਹਦੀ ਇੱਕ ਖਾਸ ਦਿਸ਼ਾ ਹੈ। ਕਾਹੂ ਦਸ਼ਾ ਕੇ ਮੀਂਹ ਪੈਣ ਲੱਗਿਆ ਤੇ ਹਵਾ ਜਿਹੜੀ ਦੂਜੇ ਪਾਸਿਓਂ ਚੱਲ ਪਈ, ਦੂਜੀ ਦਿਸ਼ਾ ਤੋਂ। ਆਮ ਤੌਰ ਤੇ ਪੁਰਾ ਜਿਹੜਾ ਹੈ, ਪੁਰਾ ਵਗੇ ਤੇ ਬੱਦਲ ਆਉਂਦੇ ਨੇ, ਪੱਛੋਂ ਹਵਾ ਪੱਛੋਂ ਵਾਲੇ ਪਾਸੋਂ ਚੱਲੇ ਤੇ ਬੱਦਲ ਉੱਡ ਜਾਂਦੇ ਨੇ। ਇਹ ਸਿਆਣੇ ਬਜ਼ੁਰਗ ਸਾਰੇ ਜਾਣਦੇ ਨੇ। ਭਾਈ ਸਾਹਿਬ ਕਹਿੰਦੇ ਕਾਹੂ ਦਸ਼ਾ ਕੇ ਪਵਨ ਗਵਨ ਬਰਖਾ ਹੈ, ਕਾਹੂ ਦਸ਼ਾ ਕੇ ਪਵਨ ਬਾਦਰ ਬਲਾਤ ਹੈ। ਇੱਕ ਉਹ ਹਵਾ ਜਿਹਦੇ ਚੱਲਣ ਨਾਲ ਬੱਦਲ ਬਣ ਗਏ, ਮੀਂਹ ਪੈਣ ਦੀ ਤਿਆਰੀ ਸੀ, ਪਰ ਇੱਕ ਉਹ ਵੀ ਹਵਾ ਹੀ ਹੈ ਜਿਹੜੀ ਬਣੇ ਹੋਏ ਬੱਦਲਾਂ ਨੂੰ ਵੀ ਉਡਾ ਕੇ ਲੈ ਗਈ ਹੈ। ਉਹ ਵੀ ਹਵਾ ਹੀ, ਪਰ ਉਹ ਬੱਦਲਾਂ ਨੂੰ ਉਡਾ ਕੇ ਲੈ ਗਈ। ਫਿਰ ਭਾਈ ਗੁਰਦਾਸ ਜੀ ਅਗਲੀ ਉਦਾਹਰਨ ਦੇ ਵਿੱਚ ਕਹਿੰਦੇ ਨੇ, ਕਹਿੰਦੇ ਕਾਹੂ ਗ੍ਰਹਿ ਕੀ ਅਗਨ ਪਾਕ ਸਾਕ ਸਿੱਧ ਕਰੈ, ਕਾਹੂ ਗ੍ਰਹਿ ਕੀ ਅਗਨ ਭਵਨ ਜਰਾਤ ਹੈ। ਕਹਿੰਦੇ ਇੱਕ ਉਹ ਵੀ ਅੱਗ ਹੈ ਜਿਹੜੀ ਸਾਡੇ ਘਰਾਂ ਵਿੱਚ ਰੋਜ਼ ਬਲਦੀ, ਰੋਜ਼। ਅੱਗ ਤੋਂ ਬਿਨਾਂ ਸਰਦਾ ਹੀ ਨਹੀਂ, ਭੋਜਨ ਪ੍ਰਸ਼ਾਦਾ ਤਿਆਰ ਕਰਨਾ ਪੈਂਦਾ। ਅੱਗ ਰੋਜ਼ ਬਲਦੀ ਹੈ ਸਾਡੇ ਘਰਾਂ ਦੇ ਵਿੱਚ, ਇੱਕ ਨਿਜ਼ਮ ਦੇ ਵਿੱਚ ਬੱਝੀ ਹੋਈ, ਉਹ ਮੱਚਦੀ ਹੈ ਤੇ 36 ਕੰਮ ਸਵਾਰਦੀ ਹੈ। ਪਰ ਇੱਕ ਉਹ ਵੀ ਅੱਗ ਹੀ ਹੈ ਜਿਹੜੀ ਕਿਤੇ ਆਪ ਮੁਹਾਰੀ ਹੋ ਕੇ ਲੱਗ ਜਾਏ ਤੇ ਸਾਰਾ ਘਰ ਸਾੜ ਕੇ ਸੁਆਹ ਕਰ ਦਿੰਦੀ ਹੈ। ਕਾਹੂ ਗ੍ਰਹਿ ਕੀ ਅਗਨ ਪਾਕ ਸਾਕ ਸਿੱਧ ਕਰੇ, ਕਾਹੂ ਗ੍ਰਹਿ ਕੀ ਅਗਨ ਭਵਨ ਜਰਾਤ ਹੈ। ਕਾਹੂ ਜਲ ਪਾਣ ਕੀਤੇ ਰਹਿਤ ਅਰੋਗ ਦੇਹੀ। ਕਹਿੰਦੇ ਕੋ ਵੀ ਪਾਣੀ ਹੈ ਜਿਹਨੂੰ ਪੀਣ ਨਾਲ ਸਾਨੂੰ ਜੀਵਨ ਮਿਲਦਾ, ਜ਼ਿੰਦਗੀ ਮਿਲਦੀ ਹੈ। ਪਹਿਲਾਂ ਪਾਣੀ ਜੀਓ ਹੈ, ਜਿਤ ਹਰਿਆ ਸਭ ਕੋਏ। ਪਾਣੀ ਸਾਡੇ ਕਈ ਤਰ੍ਹਾਂ ਦੇ ਰੋਗ ਮਿਟਾ ਦਿੰਦਾ ਹੈ। ਜੇ ਪਾਣੀ ਨੂੰ ਅਸੀਂ ਨਿਯਮਤ ਰੂਪ ਦੇ ਵਿੱਚ ਸਹੀ ਢੰਗ ਨਾਲ ਪੀਵੀਏ ਤਾਂ ਬਹੁਤ ਸਾਰੀਆਂ ਬਿਮਾਰੀਆਂ ਪਾਣੀ ਪੀਣ ਨਾਲ ਹੀ ਠੀਕ ਹੋ ਜਾਂਦੀਆਂ ਨੇ। ਕਦੇ ਤੁਸੀਂ ਸਰਚ ਕਰਕੇ ਵੇਖਿਓ ਇਸ ਬਾਰੇ। ਕਹਿੰਦੇ ਕੋ ਵੀ ਪਾਣੀ ਹੈ ਜਿਹੜਾ ਸਾਡੇ ਤਨ ਦੇ ਰੋਗ ਦੂਰ ਕਰਦਾ, ਸਾਨੂੰ ਜੀਵਨ ਦਿੰਦਾ ਹੈ। ਕਾਹੂ ਜਲ ਪਾਣ ਵਿਆਪੇ ਬਿਰਥਾ ਬਿਲਲਾਤ। ਪਰ ਇੱਕ ਉਹ ਵੀ ਪਾਣੀ ਹੀ ਹੈ ਜਿਹੜਾ ਅਸੀਂ ਪੀ ਲਿਆ, ਰੋਗ ਲੱਗ ਗਏ। ਬਹੁਤ ਸਾਰੀਆਂ ਬਿਮਾਰੀਆਂ ਦਾ ਕਾਰਨ ਵੀ ਪਾਣੀ ਬਣਦਾ ਹੈ। ਪਰ ਉਹ ਪਾਣੀ ਕਿਹੜਾ ਹੁੰਦਾ? ਦੂਸ਼ਿਤ ਪਾਣੀ, ਗੰਦਾ ਪਾਣੀ ਜਿਹੜਾ ਠੀਕ ਨਾ ਹੋਵੇ, ਹੈ ਉਹ ਵੀ ਪਾਣੀ। ਪਰ ਉਹਨੂੰ ਪੀਤਾ ਤੇ ਬਿਮਾਰੀਆਂ ਲੱਗੀਆਂ। ਪਰ ਇੱਕ ਉਹ ਵੀ ਪਾਣੀ ਸੀ ਜਿਹਨੂੰ ਪੀਣ ਨਾਲ ਬਿਮਾਰੀਆਂ ਦੂਰ ਹੋਈਆਂ, ਜ਼ਿੰਦਗੀ ਵਿੱਚ ਅਰੋਗ ਆਇਆ, ਅਰੋਗਤਾ ਮਿਲ ਗਈ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਏ, ਕਾਹੂ ਕੀ ਸੰਗਤ ਮਿਲ ਜਮਪੁਰ ਜਾਤ ਹੈ। ਕਹਿੰਦੇ ਉਹ ਵੀ ਸੰਗਤ ਹੈ ਜਿਹਦੇ ਵਿੱਚ ਮਿਲ ਕੇ ਬੈਠਾਂਗੇ ਤੇ ਜੀਵਨ ਮੁਕਤ ਹੋ ਜਾਈਦਾ ਏ, ਵਿਕਾਰਾਂ ਤੋਂ ਖਹਿੜਾ ਛੁੱਟ ਜਾਂਦਾ ਏ, ਮਨੁੱਖ ਨਿਰਮਲ ਪਵਿੱਤਰ ਜੀਵਨ ਵਾਲਾ ਬਣ ਜਾਂਦਾ ਏ। ਪਰ ਇੱਕ ਉਹ ਵੀ ਲੋਕਾਂ ਦਾ ਇਕੱਠ ਹੀ ਹੈ, ਇੱਕ ਉਹ ਵੀ ਸੰਗਤ ਹੈ ਜਿਸ ਨੂੰ ਕੁਸੰਗਤ ਮਾੜੀ ਸੰਗਤ ਕਿਹਾ ਗਿਆ, ਜਿਹਦੇ ਵਿੱਚ ਜਾ ਕੇ ਬੈਠੀਏ
ਤੇ ਮਨੁੱਖ ਨੂੰ ਜਮਾਂ ਦੀ ਪੁਰੀ ਵਿੱਚ ਬੰਨ੍ਹ ਕੇ ਲਿਜਾਇਆ ਜਾਂਦਾ ਹੈ। ਇਸ ਕਰਕੇ ਹੈ ਸੰਗਤ, ਤੇ ਸੰਗਤ ਦਾ ਬਹੁਤ ਵੱਡਾ ਅਸਰ ਹੈ। ਜਿਸ ਤਰ੍ਹਾਂ ਇੱਕ ਉਹ ਵੀ ਹਵਾ ਹੀ ਹੈ ਜਿਹੜੀ ਬੱਦਲਾਂ ਨੂੰ ਲੈ ਕੇ ਆਉਂਦੀ ਹੈ, ਮੀਂਹ ਪਵਾਉਂਦੀ, ਇੱਕ ਉਹ ਵੀ ਹਵਾ ਜਿਹੜੀ ਉਡਾ ਕੇ ਲੈ ਜਾਂਦੀ ਹੈ। ਉਹ ਵੀ ਅੱਗ ਜਿਹੜੀ ਘਰ ਦੇ 36 ਕੰਮ ਸਵਾਰਦੀ, ਤੇ ਇੱਕ ਉਹ ਵੀ ਅੱਗ ਹੈ ਜਿਹੜੀ ਲੱਗ ਜਾਏ ਘਰ ਸੜ ਜਾਂਦਾ ਹੈ। ਉਹ ਵੀ ਪਾਣੀ ਹੀ ਹੈ ਜਿਹੜਾ ਸਾਨੂੰ ਤੰਦਰੁਸਤੀ ਦਿੰਦਾ, ਜੀਵਨ ਦਿੰਦਾ। ਉਹ ਵੀ ਇੱਕ ਪਾਣੀ ਹੈ ਜਿਹੜਾ ਰੋਗ ਲਾ ਦਿੰਦਾ। ਇਸੇ ਤਰ੍ਹਾਂ ਇੱਕ ਉਹ ਸੰਗਤ ਹੈ ਜਿਹਦੇ ਵਿੱਚ ਮਿਲ ਕੇ ਬੈਠੀਏ ਤੇ ਜੀਵਨ ਮੁਕਤ ਹੋਈਦਾ ਹੈ, ਤੇ ਇੱਕ ਉਹ ਵੀ ਸੰਗਤ ਹੈ ਜਿਹਦੇ ਵਿੱਚ ਮਿਲ ਕੇ ਬੈਠਣ ਨਾਲ ਜਮਾਂ ਦੀ ਪੁਰੀ ਵਿੱਚ ਜਾਣਾ ਪੈਂਦਾ ਹੈ। ਪਾਪ ਮਨੁੱਖ ਗੁਨਾਹਗਾਰ ਬਣ ਜਾਂਦਾ ਹੈ, ਸਜ਼ਾ ਭੋਗਦਾ ਹੈ। ਤੋ ਸੰਗਤ ਦੇ ਕੁਝ ਸੰਗਤ ਦੇ ਵਿੱਚ ਨਬੇੜਾ ਭਾਈ ਗੁਰਦਾਸ ਨੇ ਕੀਤਾ। ਕਹਿਣ ਲੱਗੇ ਅਸੀਂ ਧਿਆਨ ਦੇਈਏ ਮਾੜੇ ਬੰਦਿਆਂ ਦੇ ਵਿੱਚ ਬੈਠਣ ਤੋਂ, ਮਾੜੀ ਸੰਗਤ ਵਿੱਚ ਬੈਠਣ ਤੋਂ ਪਰਹੇਜ਼ ਕਰੀਏ, ਭਲਿਆਂ ਦੀ ਸੰਗਤ ਵਿੱਚ ਬੈਠੀਏ, ਚੰਗਿਆਂ ਦੀ ਸੰਗਤ ਵਿੱਚ ਬੈਠੀਏ। ਸੱਤੀ ਪੈਰੀਂ ਸੱਤ ਭਲਾ ਬਈਏ ਪੜ੍ਹਿਆ ਪਾਸ, ਸਿਆਣੇ ਬੰਦਿਆਂ ਕੋਲ ਬੈਠਾਂਗੇ ਕੋਈ ਸਿਆਣੀ ਗੱਲ ਸੁਣਨ ਨੂੰ ਮਿਲੇਗੀ। ਸਤ ਸੰਗਤ ਵਿੱਚ ਆ ਕੇ ਬੈਠਾਂਗੇ, ਗੁਰੂ ਦਾ ਉਪਦੇਸ਼ ਸੁਣਾਂਗੇ ਤੇ ਜੀਵਨ ਦਾ ਭਲਾ ਹੋਏਗਾ। ਹਜੂਰ ਕਹਿੰਦੇ ਸੰਗਤ ਦੇ ਵਿੱਚ ਬੈਠਿਆਂ ਕੀ ਹੁੰਦਾ ਏ, ਸਾਧ ਸੰਗ ਮਿਟ ਜਾਤ ਵਿਕਾਰ। ਜਿਹੜੇ ਅੰਦਰ ਵਿਕਾਰ ਪੈਦਾ ਹੋ ਰਹੇ ਸੀ, ਮਾੜੇ ਫੁਰਨੇ ਤੇ ਖਿਆਲ, ਕੁਸੰਗਤ ਵਿੱਚ ਬੈਠਣ ਕਰਕੇ ਜਿਹੜੇ ਮਾੜੇ ਖਿਆਲ ਤੇ ਫੁਰਨੇ ਬਣੇ ਸਨ, ਜਦੋਂ ਸੰਗਤ ਵਿੱਚ ਆ ਕੇ ਜੁੜੇ, ਕਹਿੰਦੇ ਮਾੜੇ ਫੁਰਨੇ ਖਿਆਲ ਸਾਰੇ ਖਤਮ ਹੋ ਗਏ। ਸਭ ਤੇ ਊਚ ਇਹੋ ਉਪਕਾਰ, ਕਹਿੰਦੇ ਸਭ ਤੋਂ ਵੱਡਾ ਉਪਕਾਰ ਇਹੋ ਹੀ ਹੈ ਸੰਗਤ ਦੇ ਵਿੱਚ ਬੈਠਣ ਦਾ, ਕਿ ਸਾਡੀ ਮਾੜੀ ਮੱਤ, ਖੋਟੀ ਮੱਤ ਦਾ ਨਾਸ ਹੋ ਜਾਂਦਾ ਹੈ। ਅਸੀਂ ਗੁਰਮਤਿ ਦੇ ਧਾਰਨੀ ਹੋ ਕੇ ਚੰਗੀਆਂ ਵਿਚਾਰਾਂ ਵਾਲੇ, ਚੰਗੇ ਜੀਵਨ ਵਾਲੇ ਬਣ ਜਾਂਦੇ ਹਾਂ। ਜਿੰਨੇ ਵੀ ਮਨੁੱਖ ਚੰਗੇ ਕਰਮਾਂ ਵਿੱਚ ਲੱਗੇ ਨੇ, ਚੰਗੀ ਸੋਚ ਦੇ ਧਾਰਨੀ ਬਣੇ ਨੇ, ਉਹ ਸਾਰੀ ਸੰਗਤ ਦੀ ਹੀ ਉਪਜ ਹੈ। ਤੇ ਜਿੰਨੇ ਮਨੁੱਖ ਮੰਦੇ ਕਰਮਾਂ ਵਿੱਚ ਲੱਗੇ, ਉਹ ਮਾੜੀ ਸੰਗਤ ਕੁਸੰਗਤ ਦੀ ਉਪਜ ਹੈ। ਇਸ ਕਰਕੇ ਕਹਿੰਦੇ ਇਹ ਬਹੁਤ ਵੱਡਾ ਉਪਕਾਰ ਹੈ, ਉੱਚਾ ਉਪਕਾਰ ਹੈ ਕਿ ਸੰਗਤ ਵਿੱਚ ਬੈਠਿਆਂ ਮਨੁੱਖ ਦੇ ਵਿਕਾਰ ਜਿਹੜੇ ਨੇ ਉਹ ਮਿਟਦੇ ਨੇ। ਮੰਦੇ ਕਰਮਾਂ ਤੋਂ, ਮੰਦੇ ਖਿਆਲਾਂ ਤੋਂ ਮਨੁੱਖ ਦਾ ਖਹਿੜਾ ਛੁੱਟ ਜਾਂਦਾ ਹੈ। ਅਤੇ ਹਜ਼ੂਰ ਨੇ ਫਿਰ ਸ਼ਬਦ ਦੇ ਆਖਰੀ ਬੰਦ ਵਿੱਚ ਇੱਕ ਅਰਦਾਸ ਕੀਤੀ ਹੈ। ਇਹ ਅਰਦਾਸ ਆਪਾਂ ਸਾਰੇ ਕਰਿਆ ਕਰੀਏ ਤਾਂ ਕਿ ਸਾਡੇ ਤੇ ਵੀ ਮਹਾਰਾਜ ਕਿਰਪਾ ਕਰੇ। ਪ੍ਰੇਮ ਭਗਤ ਰਾਤੇ ਗੋਪਾਲ, ਪ੍ਰੇਮਾ ਭਗਤੀ, ਰਾਤੇ ਦਾ ਅਰਥ ਰਤਿਆ ਹੋਣਾ, ਗੋਪਾਲ ਦਾ ਅਰਥ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲੇ। ਕਹਿਣ ਲੱਗੇ ਹੇ ਵਾਹਿਗੁਰੂ ਜੀ, ਜਿਹੜੇ ਤੁਹਾਡੀ ਪ੍ਰੇਮਾ ਭਗਤੀ ਦੇ ਵਿੱਚ ਰਤੇ ਹੋਏ ਨੇ, ਕਿਰਪਾ ਕਰੋ ਐਸੇ ਗੁਰਮੁਖਾਂ ਦੇ ਚਰਨਾਂ ਦੀ ਧੂੜ ਦਾਸ ਨਾਨਕ ਨੂੰ ਵੀ ਦਿਓ। ਨਾਨਕ ਜਾਚੈ ਸਾਧ ਰਵਾਲ, ਰਵਾਲ ਕਹਿੰਦੇ ਨੇ ਧੂੜੀ ਨੂੰ। ਕਹਿੰਦੇ ਦਾਸ ਨਾਨਕ ਵੀ ਐਸੇ ਗੁਰਮੁਖਾਂ ਦੇ ਚਰਨਾਂ ਦੀ ਧੂੜੀ ਲੋਚਦਾ ਹੈ। ਭਾਵ ਐਸੇ ਗੁਰਮੁਖਾਂ ਦੀ ਸੰਗਤ ਦਾਸ ਨਾਨਕ ਨੂੰ ਵੀ ਮਿਲੇ। ਅਸਲ ਵਿੱਚ ਇਹ ਅਰਦਾਸ ਅਸੀਂ ਸਾਰਿਆਂ ਨੇ ਆਪ ਕਰਨੀ ਹੈ। ਮਹਾਰਾਜ ਤੇ ਸਾਨੂੰ ਜਾਚ ਦੱਸ ਰਹੇ ਨੇ ਅਰਦਾਸ ਕਰਨ ਦੀ। ਸਤਿਗੁਰੂ ਨੇ ਅਤ ਨਿਮਰਤਾ ਦੇ ਵਿੱਚ ਆ ਕੇ ਇਹ ਬੇਨਤੀ ਕੀਤੀ ਹੈ। ਕਿਤੇ ਮਹਾਰਾਜ ਐਸੇ ਬਚਨ ਵੀ ਕਰਦੇ ਨੇ, ਅੰਤਰਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ, ਮੋਹ ਕੋ ਕਰ ਸੰਤਨ ਕੀ ਧੂਰੇ। ਮੈਨੂੰ ਸੰਤਾਂ ਦੇ ਚਰਨਾਂ ਦੀ ਧੂੜ ਬਣਾ ਦੇ। ਇੱਥੇ ਮਹਾਰਾਜ ਕਹਿੰਦੇ ਜਿਹੜੇ ਤੇਰੀ ਬੰਦਗੀ ਵਿੱਚ ਰਤੇ ਹੋਏ ਨੇ, ਕਿਰਪਾ ਕਰਕੇ ਦਾਸ ਨਾਨਕ ਨੂੰ ਉਹਨਾਂ ਦੇ ਚਰਨਾਂ ਦੀ ਧੂੜ ਦਿਓ। ਭਾਵ ਉਹਨਾਂ ਦੀ ਸੰਗਤ ਮਿਲੇ ਗੁਰਮੁਖਾਂ ਦੀ, ਤੇ ਗੁਰਮੁਖਾਂ ਦੀ ਸੰਗਤ ਵਿੱਚ ਬਹਿ ਕੇ ਜਦੋਂ ਮਨੁੱਖ ਪ੍ਰਭੂ ਦੀ ਬੰਦਗੀ ਵਿੱਚ ਜੁੜਦਾ ਹੈ ਤੇ ਉਹਦਾ ਤਨ ਵੀ ਪਵਿੱਤਰ ਹੈ, ਪਾਪਾਂ ਤੋਂ ਰਹਿਤ ਹੋ ਜਾਂਦਾ ਹੈ, ਉਹਦੀ ਖੋਟੀ ਮੱਤ ਦਾ ਨਾਸ ਹੁੰਦਾ ਹੈ, ਉਹਦਾ ਜਨਮ ਮਰਨ ਦਾ ਗੇੜ ਮਿਟ ਜਾਂਦਾ ਹੈ। ਐਸੀ ਕਿਰਪਾ ਉਹਦੇ ਜੀਵਨ ਤੇ ਵਰਤਦੀ ਹੈ।
ਸਤਿਗੁਰੂ ਰਹਿਮਤ ਕਰਨ। ਆਪਾਂ ਵੀ ਇਹ ਅਰਦਾਸ ਕਰੀਏ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰੱਖੋ ਸ਼ਰਮਾ। ਕਿਰਪਾ ਕਰਕੇ ਸਾਨੂੰ ਵੀ ਗੁਰਮੁਖਾਂ ਦੀ ਸੰਗਤ ਬਖਸ਼ੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਸ਼ਬਦ ਦੀ ਵਿਚਾਰ ਕਰਦਿਆਂ ਇੱਕ ਨਹੀਂ ਅਨੇਕ ਭੁੱਲਾਂ ਹੋ ਜਾਂਦੀਆਂ ਨੇ। ਸਮਰੱਥ ਸਤਿਗੁਰੂ ਅਤੇ ਸੰਗਤ ਬਖਸ਼ਣਯੋਗ ਹੈ, ਬਖਸ਼ ਲੈਣਾ ਜੀ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Wow.